हाँ जी स्टूडेंट्स, अपनी क्लास है जो DDC ਇਹਦੇ ਬਾਰੇ ਮੈਂ ਤੁਹਾਨੂੰ ਇੰਟਰੋਡਕਸ਼ਨ ਦੇਣਾ ਚਾਹਾਂਗੀ। ਸਭ ਤੋਂ ਪਹਿਲਾਂ ਕਿ DDC ਕੀ ਚੀਜ਼ ਹੈ, ਕਿਹਨੇ ਬਣਾਈ ਹੈ ਅਤੇ ਕਦੋਂ ਬਣਾਈ ਆ। ਸਭ ਤੋਂ ਪਹਿਲਾਂ DDC ਜਿਸ ਦੀ ਫੁੱਲ ਫਾਰਮ ਹੈ ਡੈਵੀ ਡੈਸੀਮਲ ਕਲਾਸੀਫਿਕੇਸ਼ਨ। ਇਹ ਇੱਕ ਲਾਇਬ੍ਰੇਰੀ ਕਲਾਸੀਫਿਕੇਸ਼ਨ ਸਿਸਟਮ ਹੈ। ਕਲਾਸੀਫਿਕੇਸ਼ਨ ਦਾ ਮਤਲਬ ਹੈ ਕਲਾਸੀਫਾਈ ਕਰਨਾ ਕਿਸੇ ਚੀਜ਼ ਨੂੰ, ਉਸ ਨੂੰ ਪ੍ਰੋਪਰ ਜਗ੍ਹਾ 'ਤੇ ਰੱਖਣਾ। ਜਿੱਦਾਂ ਕਿ ਲਾਈਕ ਆਪਣੀਆਂ ਬੁੱਕਸ ਹੁੰਦੀਆਂ, ਠੀਕ ਹੈ, ਉਹਨਾਂ ਨੂੰ ਜਦੋਂ ਆਪਾਂ ਲਾਇਬ੍ਰੇਰੀ ਦੇ ਵਿੱਚ ਮੇਨਟੇਨੈਂਸ ਕਰਕੇ ਉਹਨਾਂ ਦੀ ਕਲਾਸੀਫਿਕੇਸ਼ਨ ਕਰਕੇ ਰੱਖਾਂਗੇ ਤਾਂ ਉਹ ਬੁੱਕਸ ਨੇ ਜਿਹੜੀਆਂ ਇੱਕ ਤਾਂ ਸੋਹਣੀਆਂ ਲੱਗਣਗੀਆਂ, ਦੂਸਰਾ ਨੰਬਰ ਉਹਨਾਂ ਦੇ ਰੂਲਸ ਦੇ ਅਕੋਰਡਿੰਗ ਜਿੱਦਾਂ ਆਪਾਂ ਉਹਨੂੰ ਕਲਾਸੀਫਿਕੇਸ਼ਨ ਕੀਤਾ। ਕਲਾਸੀਫਿਕੇਸ਼ਨ ਸਕੀਮ ਹੈ ਜਿਹੜੀ ਦੋ ਤਰੀਕੇ ਨਾਲ ਹੁੰਦੀ ਆ, CC ਅਤੇ DDC। ਇਹ ਦੋਨੋਂ ਨੇ ਜਿਹੜੀਆਂ ਕਲਾਸੀਫਿਕੇਸ਼ਨ ਸਕੀਮ ਨੇ। CC ਆ ਜਿਹੜੀ ਇਹ ਦਿੱਤੀ ਸੀ ਡਾਕਟਰ S ਆਰ ਰੰਗਾਨਾਥਨ ਨੇ, ਜਿਹਨੂੰ ਫਾਦਰ ਆਫ ਲਾਇਬ੍ਰੇਰੀ ਕਿਹਾ ਜਾਂਦਾ, ਅਤੇ ਮੈਲਵਿਨ ਡੈਵੀ ਨੇ ਦਿੱਤੀ ਸੀ ਡੈਵੀ ਡੈਸੀਮਲ ਕਲਾਸੀਫਿਕੇਸ਼ਨ ਸਿਸਟਮ। ਇਸ ਨੇ ਇਹ 1876 ਵਿੱਚ ਬਣਾਈ ਸੀ, ਠੀਕ ਹੈ। ਇਸ ਦੇ ਜਿਹੜੇ 23 ਜਿਹੜੇ ਵਰਜ਼ਨਸ ਆ ਚੁੱਕੇ ਆ, ਐਡੀਸ਼ਨਸ ਨੇ ਜਿਹੜੇ 23 ਆ ਚੁੱਕੇ ਆ, ਜਿਨ੍ਹਾਂ ਵਿੱਚੋਂ 19th ਐਡੀਸ਼ਨ ਬਣਾਇਆ ਸੀ 1979 ਦੇ ਵਿੱਚ, ਅਤੇ ਲੇਟੈਸਟ ਵਰਜ਼ਨ ਹੈ ਜਿਹੜਾ 23 ਐਡੀਸ਼ਨ ਆਇਆ ਹੈਗਾ ਉਹ ਆਇਆ ਹੈਗਾ 2011 ਦੇ ਵਿੱਚ। ਹੁਣ ਗੱਲ ਕਰੀਏ ਆਪਾਂ ਕਿ ਡੈਵੀ ਡੈਸੀਮਲ ਕਲਾਸੀਫਿਕੇਸ਼ਨ ਦਾ ਕਿਹੜਾ ਐਡੀਸ਼ਨ ਹੈ ਜਿਹੜਾ ਆਪਾਂ ਯੂਜ਼ ਕਰਦੇ ਆਂਗੇ ਆਪਣੀ ਲਾਇਬ੍ਰੇਰੀ ਦੇ ਵਿੱਚ। ਆਪਣੇ ਇੰਡੀਆ ਦੇ ਵਿੱਚ ਜਿਹੜਾ 19 ਐਡੀਸ਼ਨ ਹੈ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈ। ਐਡੀਸ਼ਨਸ ਦੇਖੋ ਆਪਣੇ 23 ਆਇਆ, ਫਸਟ ਬਣਿਆ 1876 ਵਿੱਚ ਮੈਲਵਿਨ ਡੈਵੀ ਨੇ। 19 ਐਡੀਸ਼ਨ ਬਣਾਇਆ ਸੀ ਜੋ 1879 ਦੇ ਵਿੱਚ ਬਣਾਇਆ, ਠੀਕ ਹੈ, ਸੌਰੀ 1979 ਦੇ ਵਿੱਚ ਬਣਾਇਆ, ਠੀਕ ਹੈ। ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਆਪਣੇ ਇੰਡੀਆ ਦੇ ਵਿੱਚ ਜਿਹੜਾ ਆਪਾਂ ਯੂਜ਼ ਕਰਦੇ ਹਾਂ DDC ਕੋਲਨ ਕਲਾਸੀਫਿਕੇਸ਼ਨ ਸਕੀਮ ਹੈ, ਆਪਣੇ ਬਿਜਲੀ ਪਾਰਟ ਦੇ ਵਿੱਚ ਹੈ, ਬਟ ਉਹ ਸਕੀਮ ਦੇ ਅਕੋਰਡਿੰਗ ਜਿਹੜੇ ਕਲਾਸ ਨੰਬਰ ਬਣਾਉਣੇ ਆ ਉਹ ਸੀਗੇ ਇੱਕ ਫਾਰਮੂਲੇ ਦੇ ਅਕੋਰਡਿੰਗ ਬਣਾਉਣੇ ਆ, ਜਿਹਦੇ ਵਿੱਚ 5 ਐਲੀਮੈਂਟਸ ਹੈ ਜਿਹੜੇ ਉਹਨਾਂ ਨੂੰ ਯੂਜ਼ ਕਰਦੇ ਆ, ਜਿਹੜੇ ਨੇ PMEST। ਬਟ DDC ਦੇ ਵਿੱਚ ਕੀ ਚੀਜ਼ ਆਉਂਦੀ ਆ ਕਿ DDC ਦੇ ਵਿੱਚ ਇੱਕ ਐਨੂਮੈਰੇਟਿਵ ਸਕੀਮ ਹੈ। ਇਹ ਐਨੂਮੈਰੇਟਿਵ ਸਕੀਮ ਕਿਵੇਂ ਆ ਕਿ ਇਹਦੇ ਵਿੱਚ ਜਿਹੜੇ ਕਲਾਸ ਨੰਬਰ ਆ ਉਹ ਐਜ਼ ਇਟ ਬਣਾਏ ਹੁੰਦੇ ਆ, ਸਿਰਫ ਆਪਣੇ ਕਲਾਸ ਨੰਬਰ ਲੱਭਣੇ ਆ, ਇਸ ਤੋਂ ਬਾਅਦ ਉਹਨਾਂ ਨੂੰ ਐਜ਼ ਇਟ ਹੀ ਲਿਖਣਾ। ਬਣੇ ਬਣਾਏ ਹੁੰਦੇ ਆ, ਸਿਰਫ ਲੱਭਣ ਦਾ ਕੰਮ ਹੁੰਦਾ ਆਪਣਾ। ਅਤੇ DDC ਹੈ ਜਿਹੜੀ ਇਹ ਤੁਹਾਨੂੰ ਦੱਸਦੀ ਹੈ ਕਿ ਬੈਚਲਰ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ। ਆਪਣੀ ਲਾਇਬ੍ਰੇਰੀ ਵਿੱਚ ਜੋ ਜੋ ਬੁੱਕਸ ਪਈਆਂ ਨੇ ਉਹਨਾਂ ਦੇ ਕਲਾਸ ਨੰਬਰ ਬਣਾਉਣ ਲਈ ਡੈਵੀ ਡੈਸੀਮਲ ਕਲਾਸੀਫਿਕੇਸ਼ਨ ਦੇ 19 ਐਡੀਸ਼ਨ 19ਵੀਂ ਐਡੀਸ਼ਨ ਦਾ ਜਿਹੜੀ ਯੂਜ਼ ਕੀਤਾ ਜਾਂਦਾ। ਗੱਲ ਕਰੀਏ ਇਹਦੇ ਫਸਟ ਐਡੀਸ਼ਨ ਦੀ। ਫਸਟ ਐਡੀਸ਼ਨ 1876 ਵਿੱਚ ਆਇਆ ਸੀ ਜੋ ਮੈਲਵਿਨ ਡੈਵੀ ਨੇ ਦਿੱਤਾ ਸੀ, ਜਿਸ ਦਾ ਬਰਥ 1851 ਈਸਵੀ ਵਿੱਚ ਹੋਇਆ ਅਤੇ ਡੈਥ ਹੋਈ ਸੀ 1931 ਈਸਵੀ ਵਿੱਚ। ਇਹ ਇੱਕ ਅਮੈਰੀਕਨ ਲਾਇਬ੍ਰੇਰੀਅਨ ਸੀਗਾ। ਜਿਹੜਾ ਇਹਦਾ ਫਸਟ ਐਡੀਸ਼ਨ ਹੈ ਉਸ ਦੇ ਟੋਟਲ ਪੇਜ 44 ਨੇ। ਇਸ ਨੇ ਬੁੱਕ ਲਿਖੀ ਸੀ a classification and subject index for cataloging and arranging the books and pamphlets of a library। ਇਹ ਮੈਲਵਿਨ ਡੈਵੀ ਨੇ ਇੱਕ ਬੁੱਕ ਲਿਖੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਨੈਕਸਟ ਆਉਂਦਾ ਹੈਗਾ ਕਿ ਇਹਦੇ DDC ਦੇ 23 ਐਡੀਸ਼ਨ ਦੀ ਗੱਲ ਕਰੀਏ, ਇਹ 2011 ਵਿੱਚ ਬਣਿਆ। ਉਸ ਦੇ 4 ਵੋਲੀਅਮ ਨੇ। ਜਿਹੜਾ ਆਪਣਾ 19 ਐਡੀਸ਼ਨ ਹੈ ਉਹਦੇ 3 ਵੋਲੀਅਮ ਨੇ, ਬਟ DDC ਦੇ 23 ਐਡੀਸ਼ਨ ਦੇ ਵਿੱਚ ਜਿਹੜੇ 4 ਵੋਲੀਅਮ ਨੇ। ਉਸੇ ਤਰ੍ਹਾਂ ਮੈਲਵਿਨ ਡੈਵੀ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਅਮੈਰੀਕਨ ਲਾਇਬ੍ਰੇਰੀਅਨ ਸੀਗਾ ਜਿਸ ਨੇ ਆਪਣੀ ਡੈਵੀ ਡੈਸੀਮਲ ਕਲਾਸੀਫਿਕੇਸ਼ਨ ਬਣਾਈ ਆ। ਅਤੇ BLIV ਦੇ ਵਿੱਚ ਆਪਾਂ ਜਿਹੜੇ ਵੀ ਆਪਾਂ ਕਲਾਸੀਫਿਕੇਸ਼ਨ ਕਰਦੇ ਹਾਂ ਜਾਂ ਆਪਣੇ ਇੰਡੀਆ ਦੇ ਵਿੱਚ ਜਿੰਨਾਂ ਬੁੱਕਸ ਦੀ ਜਿਹੜੀਆਂ ਜਿੰਨੀਆਂ ਵੀ ਯੂਨੀਵਰਸਿਟੀ ਨੇ ਉਹਨਾਂ ਵਿੱਚ DDC ਦੀ ਵਰਤੋਂ ਕੀਤੀ ਜਾਂਦੀ ਹੈ। DDC ਦੇ ਅਕੋਰਡਿੰਗ ਹੀ ਜਿਹੜੇ ਕਲਾਸ ਨੰਬਰ ਹੈ ਉਹ ਬਣਾਏ ਜਾਂਦੇ ਆ। ਨੈਕਸਟ ਗੱਲ ਕਰਦੇ ਹਾਂ ਆਪਾਂ DDC ਦੇ 19 ਐਡੀਸ਼ਨ ਦੀ। 19 ਐਡੀਸ਼ਨ ਜਿਹਨੂੰ 19ਵਾਂ ਐਡੀਸ਼ਨ ਕਿਹਾ ਜਾਂਦਾ, ਇਹਦੇ 3 ਵੋਲੀਅਮ ਆਏ ਨੇ, ਫਸਟ, ਸੈਕਿੰਡ ਅਤੇ ਥਰਡ। ਅਤੇ ਇਹਨਾਂ ਵੋਲੀਅਮ ਦੇ ਅਕੋਰਡਿੰਗ ਹੀ ਜਿਹੜੇ ਆਪਾਂ ਕਲਾਸ ਨੰਬਰ ਬਣਾਉਣੇ ਆ। ਫਿਰ ਇਸ ਨੂੰ ਕੌਣ ਮੇਨਟੇਨ ਕਰ ਰਿਹਾ, ਠੀਕ ਹੈ, ਉਹ ਹੈਗਾ OCLC, ਠੀਕ ਹੈ, ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ, ਜਿਹੜਾ ਇਹਨੂੰ ਮੇਨਟੇਨ ਕਰ ਰਿਹਾ ਨਾਊ। ਹੁਣ ਪਹਿਲਾਂ ਅਸੀਂ ਮੈਲਵਿਨ ਡੈਵੀ ਨੇ ਬਣਾਇਆ, ਬਟ ਹੁਣ ਇਹਦੇ ਅਕੋਰਡਿੰਗ ਇਹ ਕੰਮ ਜਿਹੜਾ ਚੱਲ ਰਿਹਾ ਹੈਗਾ। DDC ਦੇ ਜਿਹੜਾ 19 ਐਡੀਸ਼ਨ ਹੈ ਉਹ 1979 ਦੇ ਵਿੱਚ ਬਣਿਆ, 1979 ਦੇ ਵਿੱਚ। ਇਹਦੇ 3 ਵੋਲੀਅਮ ਨੇ। ਫਸਟ ਵੋਲੀਅਮ ਦੇ ਵਿੱਚ ਕੀ ਆਉਂਦਾ ਗਾ, ਇੰਟਰੋਡਕਸ਼ਨ ਟੇਬਲ ਆਉਂਦੀ ਆ, ਠੀਕ ਹੈ। ਇੰਟਰੋਡਕਸ਼ਨ ਟੇਬਲ ਕਿੰਨੇ ਆ, 7, ਓਕੇ। ਅਤੇ 3 ਜਿਹੜੀਆਂ ਇਹਦੇ 'ਚ ਸਮਰੀਜ਼ ਨੇ। ਫਸਟ ਜਿਹੜਾ ਟੇਬਲ ਹੈ, ਜਿਹੜਾ ਫਸਟ ਵੋਲੀਅਮ ਆ ਉਹਦੇ ਵਿੱਚ 7 ਟੇਬਲ ਨੇ। ਉਹ ਕਿਹੜੇ ਕਿਹੜੇ ਨੇ, 1 ਸਟੈਂਡਰਡ ਸਬ ਡਿਵੀਜ਼ਨ, 2 ਏਰੀਆ, 3 ਸਬ ਡਿਵੀਜ਼ਨ ਦਾ ਇੰਡੀਵਿਜੂਅਲ ਲਿਟਰੇਚਰ, 4 ਸਬ ਡਿਵੀਜ਼ਨ ਫॉर ਇੰਡੀਵਿਜੂਅਲ ਲੈਂਗੁਏਜ, ਅਤੇ 5 ਹੈ ਰੈਚੁਅਲਸ ਐਥਿਕਸ, ਨੈਚੁਰਲ ਯੂਰਪਾ, ਐਂਡ 6 ਲੈਂਗੁਏਜ, ਅਤੇ 7 ਹੈ ਪਰਸਨ। ਇਹਦੇ 7 ਟੇਬਲ ਨੇ ਜਿਹੜੇ ਫਸਟ ਵੋਲੀਅਮ ਦੇ ਵਿੱਚ ਆਉਂਦੇ ਆ, ਅਤੇ 3 ਸਮਰੀਜ਼ ਆਉਂਦੀਆਂ ਨੇ। ਸਮਰੀਜ਼ ਦੇ ਵਿੱਚ ਕੀ ਆਉਂਦਾ, ਜਿਹੜੀ ਫਸਟ ਸਮਰੀ ਆ ਉਹਦੇ ਵਿੱਚ ਇਹਦੀਆਂ 10 ਮੇਨ ਕਲਾਸਿਸ ਬਣਾਈਆਂ ਹੋਈਆਂ ਨੇ। ਸੈਕਿੰਡ ਦੇ ਵਿੱਚ ਉਹਨਾਂ ਮੇਨ ਕਲਾਸਿਸ ਦੀ ਅੱਗੇ ਡਿਵੀਜ਼ਨ ਕੀਤੀ ਹੋਈ ਆ। ਇਸ ਤੋਂ ਨੈਕਸਟ ਜਿਹੜੀ ਥਰਡ ਸਮਰੀ ਆ ਉਹਦੇ ਵਿੱਚ ਜਿਹੜੀਆਂ ਉਹ ਡਿਵੀਜ਼ਨਸ ਕੀਤੀਆਂ ਹੋਈਆਂ ਅੱਗੇ ਉਹਨਾਂ ਦੀਆਂ 10 ਕਲਾਸਿਸ ਬਣਾਈਆਂ ਹੋਈਆਂ ਨੇ। ਇਸ ਤਰ੍ਹਾਂ ਇਹਨੂੰ ਅਲੱਗ-ਅਲੱਗ ਵੰਡਿਆ ਹੋਇਆ। ਸੈਕਿੰਡ ਜਿਹੜਾ ਇਹਦਾ ਵੋਲੀਅਮ ਆ ਉਹਦੇ ਵਿੱਚ ਆਉਂਦਾ ਸ਼ਡਿਊਲ। ਸ਼ਡਿਊਲ ਮੀਨਸ ਜਿੰਨੀਆਂ ਆਪਣੀਆਂ 3 ਸਮਰੀਆਂ ਦਿੱਤੀਆਂ ਨੇ, ਜੋ ਫਸਟ ਵੋਲੀਅਮ ਦੇ ਵਿੱਚ ਸਮਰੀਜ਼ ਨੇ ਉਹਨਾਂ ਨੂੰ ਅੱਗੇ ਡਿਟੇਲ ਨਾਲ ਦਿੱਤਾ ਹੋਇਆ।
ਉਹਨਾਂ ਦੀ ਪੂਰੀ ਡਿਟੇਲ ਦਿੱਤੀ ਹੋਈ ਆ, ਉਹਨਾਂ ਨੂੰ ਪੂਰਾ ਬਰੀਫ ਤਰੀਕੇ ਨਾਲ ਜਿਹੜਾ ਹੈਗਾ ਉਹ ਆਪਣੀ ਸੈਕਿੰਡ ਵੋਲੀਅਮ ਦੇ ਵਿੱਚ ਦਿੱਤਾ ਹੋਇਆ। ਠੀਕ ਹੈ ਜੀ। ਥਰਡ ਆਉਂਦਾ ਹੈਗਾ ਰਿਲੇਟਿਵ ਇੰਡੈਕਸ। ਰਿਲੇਟਿਵ ਇੰਡੈਕਸ ਦੇ ਵਿੱਚ ਕੀ ਆਉਂਦਾ, ਇਹ ਇੱਕ ਡਿਕਸ਼ਨਰੀ ਦੀ ਤਰ੍ਹਾਂ। ਠੀਕ ਹੈ, ਜਿੱਦਾਂ ਲਾਈਕ ਆਪਾਂ ਕੋਈ ਵਰਡ ਲੱਭਦੇ ਹਾਂ, ਆਪਣੀ ਇੰਗਲਿਸ਼ ਦੀ ਡਿਕਸ਼ਨਰੀ ਹੁੰਦੀ ਆ, ਆਪਾਂ ਉਹਦੀ ਪੰਜਾਬੀ ਮੀਨਿੰਗ ਲੱਭਦੇ ਹਾਂ, ਆਪਾਂ ਅਲਫਾਬੈਟਿਕ ਤਰੀਕੇ ਨਾਲ ਉਹ ਨੰਬਰ ਦਿੱਤੇ ਹੁੰਦੇ ਆ। ਉਸੇ ਤਰ੍ਹਾਂ ਰਿਲੇਟਿਵ ਇੰਡੈਕਸ ਦੇ ਵਿੱਚ ਅਲਫਾਬੈਟਿਕ ਤਰੀਕੇ ਨਾਲ ਹੈ ਜਿਹੜੇ ਵਰਡ ਲਿਖੇ ਹੁੰਦੇ ਆ, ਅਲਫਾਬੈਟਿਕ ਤਰੀਕੇ ਨਾਲ ਹੈ। ਆਪਾਂ ਇੱਕ ਵਰਡ ਹੈ ਲਾਈਕ ਕੋਲਨ ਕਲਾਸੀਫਿਕੇਸ਼ਨ, ਇੱਕ ਕਲਾਸੀਫਿਕੇਸ਼ਨ ਸਕੀਮ ਹੈ। ਆਪਾਂ ਕਲਾਸੀਫਿਕੇਸ਼ਨ ਦਾ ਜਦੋਂ ਨੰਬਰ ਲੱਭਾਂਗੇ ਤਾਂ ਨੰਬਰ ਲੱਭਦੇ ਸਮੇਂ ਕੀ ਹੋਊਗਾ ਕਿ ਆਪਾਂ ਸੀ ਵਾਲੇ ਨੰਬਰਾਂ 'ਚ ਲੱਭਾਂਗੇ, ਅਲਫਾਬੈਟਿਕ ABC, ਸੀ 'ਚੋਂ ਲੱਭਾਂਗੇ, CL ਤੋਂ ਲੱਭਾਂਗੇ, A ਲੱਭਾਂਗੇ। ਕਲਾਸੀਫਿਕੇਸ਼ਨ ਦਾ ਨੰਬਰ ਦਿੱਤਾ ਹੋਊਗਾ, ਇੱਥੋਂ ਪਤਾ ਲੱਗਦਾ ਵੀ ਆਪਣਾ ਉਹ ਜਿਹੜਾ ਹੈਗਾ ਨੰਬਰ, ਉਹਨੂੰ ਆਸਾਨੀ ਨਾਲ ਆਪਾਂ ਕਲਾਸ ਨੰਬਰ ਨੂੰ ਜਿਹੜਾ ਲੱਭ ਸਕਦੇ ਹਾਂ। ਬਟ ਜਦੋਂ ਆਪਾਂ ਇੱਥੇ ਇਹਦੀ ਪ੍ਰੈਕਟਿਸ ਕਰ ਰਹੇ ਹਾਂ ਤਾਂ ਆਪਾਂ ਇਹਦੇ ਵਿੱਚ ਦੋ ਟੇਬਲਸ ਨੇ ਜਿਹੜੇ, ਇੰਟਰੋਡਕਸ਼ਨ ਟੇਬਲ ਜਿਹੜਾ ਫਸਟ ਵੋਲੀਅਮ ਹੈ ਅਤੇ ਸੈਕਿੰਡ ਸ਼ਡਿਊਲ ਯੂਜ਼ ਕਰਾਂਗੇ। ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਮਰੀਜ਼ ਬਾਰੇ ਪਤਾ ਹੋਣਾ ਚਾਹੀਦਾ ਕਿ ਸਮਰੀਜ਼ ਕਿੱਦਾਂ, ਉਹਦੇ ਅਕੋਰਡਿੰਗ ਆਪਾਂ ਕਿੱਦਾਂ ਕਲਾਸ ਨੰਬਰ ਬਣਾਉਣੇ ਆ। ਨੈਕਸਟ ਆਉਂਦੀ ਹੈ DDC ਦੇ ਨੋਟੇਸ਼ਨਸ ਦੀ ਗੱਲ। DDC ਦੇ ਜਿਹੜੇ ਨੋਟੇਸ਼ਨਸ ਨੇ ਇਹਨਾਂ ਦੇ ਵਿੱਚ ਆਪਾਂ ਗੱਲ ਕਰੀਏ ਕਿ ਡੈਸੀਮਲ ਦਾ ਹੀ ਯੂਜ਼ ਕੀਤਾ ਜਾਂਦਾ ਹੈਗਾ। ਡੈਸੀਮਲ ਨੂੰ ਜਦੋਂ ਆਪਾਂ ਵਰਤਦੇ ਹਾਂ ਤਾਂ DDC ਦੇ ਵਿੱਚ ਓਨਲੀ ਇੱਕ ਵਾਰ ਹੀ ਇਹਨੂੰ ਯੂਜ਼ ਕੀਤਾ ਜਾਂਦਾ ਹੈਗਾ। ਠੀਕ ਹੈ, ਜਿੱਦਾਂ ਕਿ ਲਾਈਕ 1 ਰੁਪਇਆ। ਠੀਕ ਹੈ, ਇਹਨੂੰ ਆਪਾਂ 100 ਪੈਸੇ ਵੀ ਬੋਲ ਸਕਦੇ ਹਾਂ। 50 ਪੈਸੇ ਆ, ਇਹਨੂੰ ਆਪਾਂ 0 ਪੁਆਇੰਟ ਜਿਹਨੂੰ ਡੈਸੀਮਲ ਕਿਹਾ ਜਾਂਦਾ 50 ਵੀ ਲਿਖ ਸਕਦੇ ਹਾਂ। ਠੀਕ ਹੈ, ਇੱਦਾਂ ਇਹ ਲਿਖੇ ਜਾਂਦੇ। ਇਹਨਾਂ ਦੇ ਵਰਡਸ ਦੇ ਵਿੱਚ ਕੋਈ ਫਰਕ ਨਹੀਂ ਪਊਗਾ, ਲਿਖਤੀ ਰੂਪ 'ਚ ਫਰਕ ਪਊਗਾ, ਬਟ ਜਦੋਂ ਬੋਲਾਂਗੇ ਉੱਦਾਂ ਕੋਈ ਫਰਕ ਨਹੀਂ ਪਊਗਾ। ਠੀਕ ਹੈ, 55 ਪੈਸੇ ਦੇ ਵਿੱਚ ਕਰਾਂਗੇ 0.55 ਲਿਖ ਸਕਦੇ ਹਾਂ। ਠੀਕ ਹੈ, 0.60 ਲਿਖ ਸਕਦੇ ਹਾਂ, 0.6 ਵੀ ਲਿਖ ਸਕਦੇ ਹਾਂ, ਬਰਾਬਰ 0.60 ਵੀ ਲਿਖ ਸਕਦੇ ਹਾਂ। ਠੀਕ ਹੈ, DDC ਦੇ ਵਿੱਚ ਕੀ ਹੈ ਕਿ ਜਦੋਂ ਦਸਮਲਵ ਤੋਂ ਬਾਅਦ ਕੋਈ ਇੱਕ ਵਰਡ ਹੈ, ਇਸ ਤੋਂ ਬਾਅਦ ਆਪਾਂ ਕਿੰਨੀਆਂ ਵੀ ਜ਼ੀਰੋਆਂ ਪਾ ਦਈਏ ਤਾਂ ਉਹਦਾ ਕੋਈ ਮੁੱਲ ਨਹੀਂ ਹੋਊਗਾ। ਉਹਦੇ ਲਿਖਤੀ ਵਿੱਚ ਤਾਂ ਜ਼ਰੂਰ ਫਰਕ ਪਊਗਾ, ਬਟ ਬੋਲਣ ਗਤੀ ਵਿੱਚ ਉਹਦਾ ਕੋਈ ਫਰਕ ਨਹੀਂ ਪਊਗਾ। ਠੀਕ ਹੈ ਜੀ, ਇਹਦੇ ਵਿੱਚ ਨੋਟੇਸ਼ਨ ਜਿਹੜਾ ਇੱਕ ਯੂਜ਼ ਕੀਤਾ ਜਾਂਦਾ ਹੈ। ਜਿੱਦਾਂ ਕਿ ਆਪਾਂ ਇੱਕ ਦੇ ਅੱਗੇ 2 ਜ਼ੀਰੋਆਂ ਪਾ ਦਾਂਗੇ ਤਾਂ ਇੱਕ ਨੰਬਰ ਹੀ ਬਣੂਗਾ। ਅਗਰ ਇੱਕ ਦੇ ਰਾਈਟ ਹੈਂਡ ਆਪਾਂ 2 ਜ਼ੀਰੋ ਪਾਵਾਂਗੇ 100 ਬਣ ਜੂ, 1 ਪਾਵਾਂਗੇ ਤਾਂ 10 ਬਣ ਜੂਗਾ, 3 ਪਾ ਦਾਂਗੇ ਤਾਂ 1000 ਬਣ ਜੂਗਾ। ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਕਿ DDC ਦੇ ਵਿੱਚ ਜਿਹੜੀਆਂ ਮੇਨ ਕਲਾਸਿਸ ਹੁੰਦੀਆਂ, ਦੇਖੋ ਇਹਦੀ ਜਿਹੜੀ ਸਮਰੀ ਹੈ ਨਾ, ਸਮਰੀ ਦੇ ਵਿੱਚ 10 ਮੇਨ ਕਲਾਸਿਸ ਨੇ। ਫਸਟ ਸਮਰੀ ਜੋ 471 ਨੰਬਰ ਪੇਜ 'ਤੇ ਆ ਆਪਣੇ DDC ਦੇ ਵਿੱਚ, ਉਹਦੇ ਵਿੱਚ 10 ਮੇਨ ਕਲਾਸਿਸ ਨੇ। ਜਿੱਦਾਂ 0.0 ਜਰਨਲੇਟਿਵ, 0.1 ਫਿਲੋਸਫੀ ਐਂਡ ਰਿਲੇਟਡ ਡਿਸਪਲਿਨ। ਜਰਨਲੇਟਿਵਸ ਦੇ ਵਿੱਚ ਕੀ ਆਉਂਦਾ, ਲਾਇਬ੍ਰੇਰੀ, ਇਨਸਾਈਕਲੋਪੀਡੀਆ, ਕੰਪਿਊਟਰਸ, ਇੱਦਾਂ ਦੇ ਜਿਹੜੇ ਸਬਜੈਕਟ ਆਉਂਦੇ ਆ। 0.1 ਦੇ ਵਿੱਚ ਆਉਂਦਾ ਫਿਲੋਸਫੀ ਰਿਲੇਟਡ ਡਿਸਪਲਿਨ, ਸਾਈਕੋਲੋਜੀ, ਸਾਡੀ ਫੀਲਿੰਗਸ ਆਉਂਦੀਆਂ ਨੇ। ਠੀਕ ਹੈ, ਸਾਡਾ ਬਿਹੇਵੀਅਰ ਆਉਂਦਾ, ਸਾਡੇ ਰਿਲੇਸ਼ਨਸ਼ਿਪ ਆਉਂਦੇ ਨੇ। ਉਸੇ ਤਰ੍ਹਾਂ ਸੈਕਿੰਡ ਆ ਜਿਹੜਾ 0.2 ਹੈ, ਇਹਦੇ ਵਿੱਚ ਰਿਲੀਜ਼ਨ, ਸਾਡੇ ਧਰਮਾਂ ਬਾਰੇ ਗੱਲ ਕੀਤੀ ਜਾਂਦੀ ਆ, ਇਸਲਾਮ, ਬੁੱਧ। ਠੀਕ ਹੈ, ਇਸੇ ਤਰ੍ਹਾਂ ਸਾਰੇ ਧਰਮਾਂ ਬਾਰੇ ਆ ਜਿਹੜੀ ਗੱਲ ਕੀਤੀ ਜਾਂਦੀ ਹੈ। ਥਰਡ ਆਉਂਦਾ ਹੈ ਸੋਸ਼ਲ ਸਾਇੰਸ। ਸੋਸ਼ਲ ਸਾਇੰਸ ਦੇ ਵਿੱਚ ਕੀ ਆਉਂਦਾ, ਸਾਡਾ ਸਮਾਜ, ਸਾਡਾ ਰਹਿਣ ਸਹਿਣ, ਸਾਡੇ ਆਲੇ ਦੁਆਲੇ ਦੇ ਵਿੱਚ ਪੋਲੀਟੀਕਲ ਪਾਰਟੀਜ਼ ਹੋ ਗਈਆਂ, ਸਕੂਲਸ ਹੋ ਗਏ, ਕਾਲਜਸ ਹੋ ਗਏ, ਉਹ ਸਾਰੇ ਕੀ ਆਉਂਦਾ, ਸੋਸ਼ਲ ਸਾਇੰਸ ਦੇ ਵਿੱਚ ਆਉਂਦਾ। ਠੀਕ ਹੈ ਜੀ। 0.4 ਦੇ ਵਿੱਚ ਆਉਂਦਾ ਲੈਂਗੁਏਜ। ਲੈਂਗੁਏਜ ਦੇ ਵਿੱਚ ਕੀ ਆਉਂਦਾ, ਸਾਡੀ ਜਿਹੜੀਆਂ ਲੈਂਗੁਏਜ ਨੇ, ਜਿੰਨੀਆਂ ਸਾਡੀਆਂ ਭਾਸ਼ਾਵਾਂ ਨੇ ਉਹਨਾਂ ਬਾਰੇ ਗੱਲ ਕੀਤੀ ਜਾਂਦੀ ਹੈ। ਠੀਕ ਹੈ, 0.5 ਦੇ ਵਿੱਚ ਕੀ ਆਉਂਦਾ, ਪਿਓਰ ਸਾਇੰਸ। ਪਿਓਰ ਸਾਇੰਸ, ਇਹ ਦੇਖੋ ਇਹ ਜਿਹੜੀਆਂ ਕਲਾਸਿਸ ਨੇ 10, ਇਹਨਾਂ ਨੂੰ ਨਾ ਜਿੱਦਾਂ ਆਪਣੀ ਜ਼ਿੰਦਗੀ ਚੱਲ ਰਹੀ ਹੈ ਉੱਦਾਂ ਉਹਨਾਂ ਨੂੰ ਮੇਨਟੇਨੈਂਸ ਕੀਤਾ। ਜਰਨਲੇਟਿਵਸ ਦੇ ਵਿੱਚ ਜੋ ਚੀਜ਼ ਬਣੀ ਉਹਦੇ ਬਾਰੇ, ਸਾਈਕੋਲੋਜੀ, ਸਾਡੀ ਫੀਲਿੰਗਸ ਆ ਗਈਆਂ, ਉਹਨਾਂ ਦੀ ਲੋੜ ਪਈ, ਸਾਡੇ ਧਰਮ ਆਉਂਦੇ ਆ। ਇਸ ਤੋਂ ਬਾਅਦ ਸਾਡੀ ਸੋਸ਼ਲ ਸਾਇੰਸ, ਸਾਡਾ ਸਮਾਜ ਆਉਂਦਾ। ਫਿਰ ਸਾਨੂੰ ਸਾਡੇ ਸਮਾਜ ਵਿੱਚ ਰਹਿਣ ਲਈ ਲੈਂਗੁਏਜ ਦੀ ਜ਼ਰੂਰਤ ਪਈ ਆ। ਫਿਰ ਸਾਨੂੰ ਪਿਓਰ ਸਾਇੰਸ ਦੀ ਪਈ ਆ। ਪਿਓਰ ਸਾਇੰਸ ਤੋਂ ਬਾਅਦ ਸਾਨੂੰ ਇਹ ਚੀਜ਼ ਦੀ ਜ਼ਰੂਰਤ ਪਈ ਆ ਕਿ ਸਾਡੀ ਟੈਕਨੋਲੋਜੀ, ਜੋ ਚੀਜ਼ ਅਸੀਂ ਬਣਾਈ ਆ ਉਹਨੂੰ ਆਪਾਂ ਕਿਵੇਂ ਵਰਤ ਰਹੇ ਹਾਂ। ਜਿੱਦਾਂ ਕੰਪਿਊਟਰ ਬਣਾਇਆ, ਇਸ ਤੋਂ ਬਾਅਦ ਉਹਨੂੰ ਵਰਤ ਰਹੇ ਹਾਂ। ਮੋਟਰਸਾਈਕਲ ਬਣਾਇਆ, ਕਾਰ ਬਣਾਇਆ, ਉਹ ਉਹਨਾਂ ਦੀ ਕਾਰਡ ਵੀ ਕੱਢੀ, ਉਹਨੂੰ ਟੈਕਨੀਕ ਵੀ ਦਿੱਤੀ ਆ, ਬਟ ਇਸ ਤੋਂ ਬਾਅਦ ਆਪਾਂ ਉਹਨੂੰ ਯੂਜ਼ ਵੀ ਕਰ ਰਹੇ ਹਾਂ। ਠੀਕ ਹੈ, ਇਸ ਤੋਂ ਬਾਅਦ ਆਉਂਦਾ 0.7 ਦਾ ਆਰਟਸ। ਆਰਟਸ ਦੇ ਵਿੱਚ ਆਉਂਦਾ ਜਿੱਦਾਂ ਆਪਣੀ ਮਿਊਜ਼ਿਕ ਹੋ ਗਿਆ, ਸਪੋਰਟਸ ਹੋ ਗਿਆ। ਇੱਕ ਬੰਦੇ ਦਾ ਆਰਟ ਹੈ, ਬੰਦੇ ਦੇ ਅੰਦਰ ਦੀ ਜਿਹੜੀ ਫੀਲਿੰਗ ਆ ਵੀ ਉਹਦੇ ਅੰਦਰ ਕੀ ਹੈ, ਮਿਊਜ਼ਿਕ ਹੈ ਜਾਂ ਕੀ ਚੀਜ਼ ਹੈ। ਠੀਕ ਹੈ, ਇਹ ਮਿਊਜ਼ਿਕ ਵਗੈਰਾ ਇਹ ਸਾਰਾ ਕੁਛ ਕੀ ਚੀਜ਼ ਆਉਂਦਾ, ਇਹਦੇ ਵਿੱਚ ਆਉਂਦਾ। ਠੀਕ ਹੈ ਜੀ। ਇਸ ਤੋਂ ਬਾਅਦ 0.8 ਲਿਟਰੇਚਰ। ਲਿਟਰੇਚਰ ਦੇ ਵਿੱਚ ਕੀ ਆਉਂਦਾ, ਸਾਡੀ ਨੋਵਲਸ, ਸਾਡੀ ਕਹਾਣੀਆਂ, ਹੈ ਨਾ, ਇਹ ਚੀਜ਼ਾਂ ਆਉਂਦੀਆਂ। 0.9 ਦੇ ਵਿੱਚ ਜਰਨਲ ਜੀਓਗ੍ਰਾਫੀ ਐਂਡ ਹਿਸਟਰੀ, ਜੋ ਸਾਡੀ ਜਰਨਲ ਹੈ, ਜੀ ਸਾਡੀ ਜਰਨਲ ਜੀਓਗ੍ਰਾਫੀ ਹੈ ਅਤੇ ਸਾਡੀ ਹਿਸਟਰੀ ਆ, ਉਹਦੇ ਬਾਰੇ ਗੱਲ ਆਉਂਦੀ ਹੈ। ਠੀਕ ਹੈ, ਇਸੇ ਤਰ੍ਹਾਂ ਦੇਖੋ DDC ਦੇ ਪਹਿਲਾਂ ਤਾਂ ਦਿੱਤਾ ਹੋਇਆ ਸੀ ਇਹਨਾਂ ਨੇ 0.1, ਬਟ ਇੱਥੇ ਇਹਨਾਂ ਨੇ ਕੀ ਕੀਤਾ, ਹਾਈਡ ਕਰਤਾ। 0 ਪੁਆਇੰਟ ਨੂੰ ਹਾਈਡ ਕਰਤਾ ਕਿਉਂਕਿ ਇਹਦੇ ਵਿੱਚ ਆਲਰੇਡੀ ਜਿਹੜਾ ਦਸ਼ਮਲਵ ਹੈ ਦਿੱਤਾ ਹੋਇਆ, ਡੈਸੀਮਲ ਚਿੰਨ੍ਹ ਜਿਹੜਾ ਦਿੱਤਾ ਹੋਇਆ। ਠੀਕ ਹੈ, ਜਦੋਂ ਡੈਸੀਮਲ ਚਿੰਨ੍ਹ 1 ਦਿੱਤਾ ਹੋਊਗਾ ਤਾਂ ਆਪਾਂ 2 ਯੂਜ਼ ਨਹੀਂ ਕਰਾਂਗੇ, ਇਸੇ ਕਰਕੇ ਇਹਨਾਂ ਨੇ ਇੱਥੇ ਕੱਟਿਆ ਹੈਗਾ। ਠੀਕ ਹੈ ਜੀ। ਇਸ ਤੋਂ ਬਾਅਦ ਆਉਂਦਾ ਹੈ ਕਿ ਇਹਨਾਂ ਨੇ ਇਹ ਦਿੱਤਾ DDC ਦੇ ਵਿੱਚ ਅਗਰ 3 ਵਰਡ ਆਪਾਂ ਨੂੰ ਕੰਪਲੀਟ ਕਰਨੇ ਪੈਣਗੇ, 3 ਡਿਜਿਟ ਨੇ ਜਿਹੜੇ ਉਹ ਬਣਾਉਣੇ ਹੀ ਪੈਣਗੇ। ਜਿੱਦਾਂ ਕਿ ਲਾਈਕ ਆਪਾਂ CC ਦੇ ਵਿੱਚ ਤਾਂ ਆਪਾਂ ਜਿੰਨੇ ਵੀ ਵਰਡ ਆਉਂਦੇ ਆਪਾਂ ਉਹਨੇ ਬਣਾ ਸਕਦੇ ਸੀ, ਬਟ ਇਹਦੇ ਵਿੱਚ ਕੀ ਆ ਕਿ ਆਪਾਂ ਨੂੰ 3 ਡਿਜਿਟ ਨੇ ਜਿਹੜੇ ਉਹਨਾਂ ਨੂੰ ਪੂਰੇ ਹੀ ਕਰਨੇ।
ਅਗਰ ਆਪਾਂ ਨੂੰ 2 ਡਿਜਿਟ ਮਿਲਿਆ ਤਾਂ ਆਪਾਂ 0 ਲਾ ਕੇ ਉਹਨੂੰ ਪੂਰਾ ਕਰ ਸਕਦੇ ਹਾਂ, 1 ਡਿਜਿਟ ਮਿਲਿਆ ਤਾਂ ਆਪਾਂ 2 ਜ਼ੀਰੋਆਂ ਲਾ ਕੇ ਪੂਰਾ ਕਰ ਸਕਦੇ ਹਾਂ। ਇਸ ਕਰਕੇ DDC ਦੇ ਵਿੱਚ ਅਗਰ ਆਪਾਂ ਨੂੰ ਕਲਾਸ ਨੰਬਰ ਮਿਲਦਾ ਤਾਂ ਆਪਾਂ ਉਹਨੇ 3 ਡਿਜਿਟ ਪੂਰੇ ਕਰਾਂਗੇ। 3 ਡਿਜਿਟ ਤੋਂ ਪੂਰੇ ਹੁੰਦੇ ਇਸ ਤੋਂ ਬਾਅਦ ਵੀ ਹੋਰ ਵਰਡ ਹੈ ਤਾਂ ਆਪਾਂ ਡੈਸੀਮਲ ਦਾ ਯੂਜ਼ ਕਰਾਂਗੇ। ਡੈਸੀਮਲ ਤੋਂ ਬਾਅਦ ਜਿਹੜੇ 3 ਡਿਜਿਟ ਅਗਰ ਆਉਂਦੇ ਤਾਂ ਆਪਾਂ ਇਸ ਤੋਂ 3 ਡਿਜਿਟ ਕੰਪਲੀਟ ਹੋਣ ਤੋਂ ਬਾਅਦ ਆਪਾਂ ਕੋਈ ਡੈਸੀਮਲ ਨਹੀਂ ਲਾਵਾਂਗੇ, ਸਪੇਸ ਛੱਡਾਂਗੇ। ਸਪੇਸ ਤੋਂ ਬਾਅਦ ਅੱਗੇ ਨੈਕਸਟ ਅੱਖਰ ਨੇ ਜਿਹੜੇ ਆਪਾਂ ਉਹਨਾਂ ਨੂੰ ਵਰਤੋਂ ਕਰਾਂਗੇ। ਨੈਕਸਟ ਆਉਂਦਾ ਇਹਨਾਂ ਨੇ ਕਿਹਾ ਕਿ DDC ਦੇ ਵਿੱਚ ਜਦੋਂ 3 ਡਿਜਿਟ ਪੂਰੇ ਹੁੰਦੇ, ਜਦੋਂ ਲਾਸਟ ਜਿਹੜੇ ਹੁੰਦੇ ਆ 3 ਡਿਜਿਟ ਤੋਂ ਬਾਅਦ ਦੀ ਸੰਖਿਆ ਉਹ 0 ਤੇ ਖਤਮ ਨਹੀਂ ਹੋਊਗੀ। ਅਗਰ 0 ਹੈ ਲਾਸਟ ਤੇ ਤਾਂ ਆਪਾਂ ਉਹਨੂੰ ਕੱਟ ਦੇਵਾਂਗੇ, ਅਦਰਵਾਈਜ਼ 0 ਤੇ ਉਹ ਚੀਜ਼ ਜਿਹੜੀ ਹੈ ਇਹ ਖਤਮ ਨਹੀਂ ਕਰਨਗੇ। ਇਹ DDC ਦੇ ਰੂਲ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਆਉਂਦਾ ਜਿੱਦਾਂ ਇਹ ਲਾਈਕ ਇਹਨਾਂ ਨੇ ਨੰਬਰ ਬਣਾਇਆ 891, ਦੇਖੋ ਇਹ 3 ਡਿਜਿਟ ਹੈ ਜਿਹੜੀ ਕੰਪਲੀਟ ਹੋ ਗਈ। ਇਸ ਤੋਂ ਬਾਅਦ ਇਹਨਾਂ ਨੇ ਜਿਹੜਾ ਸੀ ਡੈਸੀਮਲ ਦਾ ਚਿੰਨ੍ਹ ਉਹ ਵਰਤਿਆ। ਇਸ ਤੋਂ ਬਾਅਦ ਦੇਖੋ ਕਿੰਨੇ ਵਰਡਸ ਨੇ, 3 ਡਿਜਿਟ ਪੂਰੇ ਹੋਏ ਬਟ ਇਹਨਾਂ ਨੇ ਕੋਈ ਡੈਸੀਮਲ ਦਾ ਵਰਡ ਨਹੀਂ ਵਰਤਿਆ। ਇੱਥੇ ਆਪਾਂ ਕੀ ਕਰਾਂਗੇ, ਸਪੇਸ ਹੈ ਜਿਹੜੀ ਉਹਨੂੰ ਛੱਡ ਦੇਵਾਂਗੇ, ਠੀਕ ਹੈ ਜੀ। ਨੈਕਸਟ ਆਉਂਦਾ ਜਿਹੜਾ ਕਲਾਸ ਨੰਬਰ ਹੈ ਉਹ 3 ਡਿਜਿਟ ਤੋਂ ਜ਼ਿਆਦਾ ਹੋਊਗਾ ਤਾਂ ਆਪਾਂ ਉੱਥੇ ਜਿਹੜੇ 0 ਤੋਂ ਬਾਅਦ ਉਹਨੂੰ ਖਤਮ ਨਹੀਂ ਕਰਾਂਗੇ, ਠੀਕ ਹੈ ਜੀ। ਇਸ ਤੋਂ ਬਾਅਦ ਆਉਂਦਾ ਕਲਾਸ ਨੰਬਰ ਦੇ ਵਿੱਚ ਦੇਖੋ ਇਹਨਾਂ ਨੇ ਫਿਰ ਕਿਹਾ ਗਾ ਕਿ 0 ਤੇ ਖਤਮ ਨਹੀਂ ਕਰਾਂਗੇ। ਜਿੱਦਾਂ ਇਹ ਕਲਾਸ ਨੰਬਰ ਬਣਾਈਆਂ ਨੇ ਇਹ 3 ਤੋਂ ਬਾਅਦ ਡੈਸੀਮਲ ਬਣਾਇਆ, ਅਗਰ ਇਸ ਤੋਂ ਬਾਅਦ ਜਿਹੜੇ ਵਰਡ ਆਉਂਦੇ ਆ 0 ਆਊਗੀ ਤਾਂ 0 ਨੂੰ ਆਪਾਂ ਕੱਟ ਦੇਵਾਂਗੇ। ਇਸ ਤੋਂ ਆਉਂਦਾ DDC ਦੇ ਜਿਹੜੇ ਐਨੂਮੈਰੇਟਿਵ ਸਕੀਮ, ਦੇਖੋ ਮੈਂ ਪਹਿਲਾਂ ਵੀ ਦੱਸਿਆ ਕਿ DDC ਇੱਕ ਐਨੂਮੈਰੇਟਿਵ ਸਕੀਮ ਹੈ ਕਿ DDC ਦੇ ਵਿੱਚ ਕਲਾਸ ਨੰਬਰ ਬਣੇ ਬਣਾਏ ਹੁੰਦੇ ਆ। ਆਪਾਂ ਓਨਲੀ ਜਿਵੇਂ ਕਾਲਨ ਕਲਾਸੀਫਿਕੇਸ਼ਨ ਇੱਕ ਬੁੱਕ ਦਾ ਟਾਈਟਲ ਆ, ਜਦੋਂ ਆਪਾਂ ਉਹਨੂੰ ਕਾਲਨ ਕਲਾਸੀਫਿਕੇਸ਼ਨ ਨੂੰ ਨੰਬਰ ਕੱਢਾਂਗੇ ਤਾਂ ਐਜ਼ ਇਟ ਉੱਥੇ ਜਿਹੜਾ ਇਹਦਾ ਕਲਾਸ ਨੰਬਰ ਉਹ ਬਣਿਆ ਹੋਊਗਾ, ਸਿਰਫ ਆਪਾਂ ਲੱਭਣਾ ਹੈ ਅਤੇ ਬਣੇ ਬਣਾਏ ਨੂੰ ਐਜ਼ ਇਟ ਉੱਦਾਂ ਲਿਖ ਦੇਣਾ ਹੈਗਾ ਕਲਾਸ ਨੰਬਰ ਨੂੰ, ਠੀਕ ਹੈ। ਇੱਕ ਹੁੰਦਾ ਚਨਲੋਜੀਕਲ ਲੌਜਿਕ, ਇਹਦਾ ਲੌਜਿਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੀਕੁਐਂਸ ਵਾਈਜ਼ ਆ। ਜਿੱਦਾਂ ਸਬਜੈਕਟ ਨੂੰ ਆਪਾਂ ਦੁਨੀਆ 'ਤੇ ਆਏ ਹਾਂ, ਠੀਕ ਹੈ, ਉਸੇ ਤਰ੍ਹਾਂ ਜਿਵੇਂ ਸਬਜੈਕਟ ਹੈ, ਜਿਵੇਂ ਆਪਣੀ ਜਿਹੜੀ ਸੀਰੀਜ਼ ਚੱਲੀ ਹੈਗੀ, ਆਪਾਂ ਪਹਿਲਾਂ ਜਰਨਲਿਟੀਜ਼ ਆਈ ਆ, ਠੀਕ ਹੈ, ਫਿਰ ਆਪਣੇ ਜਿਹੜੇ ਆਪਣੇ ਅੰਦਰਲੀ ਫੀਲਿੰਗ ਸਾਈਕੋਲੋਜੀ ਆਈ ਆ, ਸੋਸ਼ਲ ਸਾਇੰਸ, ਇਹਦਾ ਜਿੱਦਾਂ ਲਾਈਨ ਵਾਈਜ਼ ਚੱਲੀਏ ਉਸੇ ਤਰ੍ਹਾਂ ਇਹਨਾਂ ਨੇ DDC ਦੇ ਵਿੱਚ ਜਿਹੜੇ ਸਬਜੈਕਟ ਨੂੰ ਲਾਈਨ ਵਾਈਜ਼ ਹੀ ਲਿਖਿਆ ਹੋਇਆ, ਠੀਕ ਹੈ ਜੀ। ਨੈਕਸਟ ਆਉਂਦਾ ਹੈਗਾ ਕਿ ਆਪਾਂ ਅਗਰ ਇਹਦਾ ਕਾਲ ਨੰਬਰ ਬਣਾਉਣਾ ਹੈ, ਕਾਲ ਨੰਬਰ ਹੈ ਜਿਹੜਾ 2 ਵਰਡਸ ਤੋਂ ਬਣਿਆ, ਕਲਾਸ ਨੰਬਰ ਪਲੱਸ ਬੁੱਕ ਨੰਬਰ। ਕਲਾਸ ਨੰਬਰ DDC ਦੀ ਮਦਦ ਨਾਲ ਬਣਾਵਾਂਗੇ। ਆਪਾਂ ਇਹਦੇ ਵਿੱਚ ਕੀ ਵਰਤ ਰਹੇ ਹਾਂ, 19 ਐਡੀਸ਼ਨ। 19 ਐਡੀਸ਼ਨ ਦੀ ਵਜ੍ਹਾ ਨਾਲ ਹੀ ਆਪਾਂ ਜਿਹੜਾ DDC ਦਾ ਨੰਬਰ ਬਣਾਵਾਂਗੇ। ਬੁੱਕ ਨੰਬਰ ਹੈ ਕਿ ਆਪਣੀ ਲਾਇਬ੍ਰੇਰੀ ਦੇ ਵਿੱਚ ਜਿਹੜੀ ਇਹ ਬੁੱਕ ਹੈ ਕਿੰਨਵੇਂ ਨੰਬਰ 'ਤੇ ਆਈ ਹੈ, ਪਹਿਲੀ ਹੈ, ਦੂਜੀ ਹੈ, ਤੀਜੀ ਹੈ, ਉਹ ਹੁੰਦਾ ਬੁੱਕ ਨੰਬਰ, ਅਤੇ ਇਹਨਾਂ ਦੇ ਮੇਲ ਤੋਂ ਹੀ ਬਣਦਾ ਹੈਗਾ ਕਾਲ ਨੰਬਰ। ਹੁਣ ਆਪਾਂ ਕਰਾਂਗੇ DDC ਦੇ ਜਿਹੜੇ ਕਲਾਸ ਨੰਬਰ ਉਹ ਕਿਵੇਂ ਬਣਾਉਣਾ ਹੈ। ਆਪਾਂ ਇੱਕ ਸਬਜੈਕਟ ਚੁਣ ਲਿਆ, ਇਹ ਟਾਈਟਲ ਹੈ ਬਾਇਓਲੋਜੀ। ਬਾਇਓਲੋਜੀ ਇਹ ਇੱਕ ਸਬਜੈਕਟ ਦਾ ਨਾਮ ਹੈ, ਠੀਕ ਹੈ। ਸਭ ਤੋਂ ਪਹਿਲਾਂ ਇਹਦੇ ਸਟੈਪਸ ਆਉਂਦੇ ਆ। ਸਭ ਤੋਂ ਪਹਿਲਾਂ ਕਿ ਆਪਾਂ ਨੂੰ ਬੁੱਕ ਦਾ ਸਬਜੈਕਟ ਪਤਾ ਹੋਣਾ ਚਾਹੀਦਾ ਵੀ ਬੁੱਕ ਦਾ ਸਬਜੈਕਟ ਕਿਹੜਾ, ਠੀਕ ਹੈ, ਜੋ ਆਪਾਂ ਨੂੰ ਟਾਈਟਲ ਆਇਆ। ਫਿਰ ਸਬਜੈਕਟ ਦੀ ਜਿਹੜੀ ਮੇਨ ਕਲਾਸ ਹੈ ਉਹਦੇ ਵਿੱਚ ਜਾਣਾ ਪਊ। ਮੇਨ ਕਲਾਸ ਕਾਹਦੇ ਵਿੱਚ ਜਾਵਾਂਗੇ, ਵੋਲੀਅਮ ਫਸਟ 19 ਐਡੀਸ਼ਨ ਦਾ ਵੋਲੀਅਮ ਫਸਟ ਕੱਢ ਕੇ ਉਹਦੀਆਂ ਜਿਹੜੀਆਂ ਸਮਰੀਜ਼ ਨੇ, ਉਹਦੀ ਫਸਟ ਸਮਰੀ ਵਿੱਚ 10 ਮੇਨ ਕਲਾਸਿਸ ਦਿੱਤੀਆਂ ਹੋਈਆਂ ਨੇ। ਉਹਨਾਂ 10 ਮੇਨ ਕਲਾਸਿਸ ਦੇ ਵਿੱਚ ਜਾਣਾ, ਉਹਨਾਂ ਮੇਨ ਕਲਾਸਿਸ ਦੇ ਵਿੱਚ ਆਪਾਂ ਲੱਭਾਂਗੇ ਵੀ ਇਹ ਕਿਹੜੀ ਮੇਨ ਕਲਾਸ ਦੇ ਵਿੱਚ ਆਉਂਦਾ। ਹੁਣ ਬਾਇਓਲੋਜੀ ਆ ਉਹ ਕਿਹੜੀ 'ਚ ਆਉਂਦਾ, ਫਿਰ ਜਦੋਂ ਆਪਾਂ ਨੂੰ ਉਹ ਮਿਲ ਗਿਆ ਤਾਂ ਉਹਦੀ ਡਿਵੀਜ਼ਨ ਲੱਭਾਂਗੇ, ਉਹ ਸੈਕਿੰਡ ਸਮਰੀ ਦੇ ਵਿੱਚ ਜਾਵਾਂਗੇ ਕਿਉਂਕਿ ਉੱਥੇ ਜਿਹੜੀਆਂ ਮੇਨ ਕਲਾਸਿਸ ਆਈ ਆ ਜਿੱਦਾਂ ਬਾਇਓਲੋਜੀ ਆ ਆਪਾਂ ਨੂੰ ਪਤਾ ਇਹ ਲਾਈਫ ਸਾਇੰਸ ਨਾਲ ਰਿਲੇਟਡ ਹੈ, ਠੀਕ ਹੈ ਨਾ। ਜਿੱਦਾਂ ਹੁਣ ਇਹ 10 ਮੇਨ ਕਲਾਸਿਸ ਨੇ, ਬਾਇਓਲੋਜੀ ਆਪਾਂ ਨੂੰ ਪਤਾ ਵੀ ਲਾਈਫ ਸਾਇੰਸ ਨਾਲ, ਤਾਂ ਆਪਣਾ ਪਿਓਰ ਸਾਇੰਸ 'ਚ ਜਾਵਾਂਗੇ ਤਾਂ ਪਿਓਰ ਸਾਇੰਸ 500 ਨੰਬਰ ਹੈ। ਹੁਣ ਆਪਾਂ ਨੂੰ ਇੱਥੋਂ ਤੱਕ ਕਲੀਅਰ ਇਹਦਾ ਕੋਈ ਨੰਬਰ ਨਹੀਂ ਮਿਲਿਆ ਕਲਾਸ ਨੰਬਰ, ਤਾਂ ਆਪਾਂ ਜਿਹੜੀ ਇਹਦੀ ਸੈਕਿੰਡ ਸਮਰੀ ਆ ਉਹਦੇ ਵਿੱਚ ਜਾਵਾਂਗੇ, ਠੀਕ ਹੈ। ਸੈਕਿੰਡ ਸਮਰੀ ਦੇ ਵਿੱਚ ਕੀ ਹੋਊਗਾ, ਜਦੋਂ ਆਪਾਂ 500 'ਤੇ ਜਾਵਾਂਗੇ, 500 ਦੇ ਵਿੱਚ ਲਾਈਫ ਸਾਇੰਸ ਦਾ ਨੰਬਰ ਹੈ 570, ਇੱਥੇ ਕਲੀਅਰ ਨਹੀਂ ਦਿਸ ਰਿਹਾ, ਬਟ ਜਦੋਂ ਤੁਸੀਂ ਸੈਕਿੰਡ ਸਮਰੀ 'ਚ ਵਾਗੇ 570 'ਤੇ ਆਪਣਾ ਲਾਈਫ ਸਾਇੰਸ ਹੈ, ਬਟ ਤੁਹਾਨੂੰ ਨਹੀਂ ਪਤਾ ਵੀ ਇਹ ਬਾਇਓਲੋਜੀ, ਕਈਆਂ ਨੂੰ ਨਹੀਂ ਪਤਾ ਵੀ ਲਾਈਫ ਸਾਇੰਸ ਨਾਲ ਰਿਲੇਟਡ ਹੈ, ਤਾਂ ਤੁਸੀਂ ਉਹਨੂੰ ਕਲੀਅਰ ਕਰ ਲਈ ਥਰਡ ਸਮਰੀ ਦੇ ਵਿੱਚ ਜਾਓਗੇ, ਠੀਕ ਹੈ। ਥਰਡ ਸਮਰੀ ਦੇ ਵਿੱਚ ਜਦੋਂ ਤੁਸੀਂ ਜਾਓਗੇ, ਠੀਕ ਹੈ, ਇਸ ਦੇ ਵਿੱਚ ਕੀ ਹੈ 500 ਵਾਲੀ ਆ ਗਈ ਲਾਈਫ ਸਾਇੰਸ। ਜਦੋਂ ਤੁਸੀਂ ਥਰਡ ਸਮਰੀ ਦੇ ਵਿੱਚ ਗਏ 570 ਦੇ ਵਿੱਚ ਦੇਖੋ ਤੁਸੀਂ ਵੈਸੇ ਕਲੀਅਰ ਕਰ ਲਓ, 500 ਪਿਓਰ ਸਾਇੰਸ ਦੇ ਵਿੱਚ ਜਾਓਗੇ ਜਦੋਂ, ਇਹਦੇ ਵਿੱਚ ਤੁਹਾਨੂੰ ਜਿਹੜਾ ਬਾਇਓਲੋਜੀ ਦਾ ਨੰਬਰ ਮਿਲੂਗਾ। ਆ ਦੇਖੋ ਲਾਈਫ ਸਾਇੰਸ ਦੇ ਵਿੱਚ 574 ਤੇ ਆ ਬਾਇਓਲੋਜੀ, ਇੱਥੇ 574 ਲਿਖਿਆ ਪਿਆ, ਤਾਂ ਇਹਦਾ ਮਤਲਬ ਐਜ਼ ਇਟ ਇੱਦਾਂ ਹੀ ਤੁਸੀਂ ਕਲਾਸ ਨੰਬਰ ਲਿਖੋਗੇ ਬਾਇਓਲੋਜੀ ਦਾ 574। ਇਹਦੇ ਵਿੱਚ ਕੋਈ ਫਾਰਮੂਲਾ ਨਹੀਂ ਕਰਨਾ, ਕੋਈ ਕੁਛ ਨਹੀਂ ਯੂਜ਼ ਕਰਨਾ, ਸਿਰ ਤਾਂ ਬਾਇਓਲੋਜੀ ਦਾ ਨੰਬਰ ਹੈ, ਕਲਾਸ ਨੰਬਰ ਬਣ ਗਿਆ 574। ਮੀਨਸ DDC ਦੀ ਇੱਕ ਇੰਪੋਰਟੈਂਸ ਇਹ ਆ ਕਿ ਇਹਦੇ ਵਿੱਚ ਜਿਹੜੇ ਕਲਾਸ ਨੰਬਰ ਹੈ ਉਹ ਬਣੇ ਬਣਾਏ ਹੁੰਦੇ ਆ। ਇਹਦੇ ਵਿੱਚ CC ਦੇ ਅਕੋਰਡਿੰਗ ਜਿਹੜੇ ਆਪਾਂ ਕਲਾਸ ਨੰਬਰ ਬਣਾਉਣੇ ਨਹੀਂ ਆ, ਜਿੱਦਾਂ ਆਪਾਂ CC ਦੇ ਵਿੱਚ ਕਲਾਸ ਨੰਬਰ ਬਣਾਉਣੇ ਆ ਉਹਦਾ ਫਾਰਮੂਲੇ ਦੇ ਅਕੋਰਡਿੰਗ ਬਣਾਉਣੇ ਆ, ਬਟ DDC ਦੇ ਵਿੱਚ ਜਿਹੜੇ ਇਹ ਨੰਬਰ ਹੈ ਐਜ਼ ਇਟ ਬਣੇ ਹੁੰਦੇ ਆ, ਸਿਰਫ ਲੱਭਣੇ ਆ। ਅਤੇ ਲੱਭਣ ਲਈ ਆਪਾਂ ਨੂੰ ਪਹਿਲਾਂ ਇਹਦੀਆਂ 3 ਸਮਰੀਆਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ। ਉਹਨਾਂ 3 ਸਮਰੀਆਂ ਦੀ ਵਜ੍ਹਾ ਨਾਲ ਹੀ ਆਪਾਂ ਜਿਹੜੇ ਨੰਬਰ ਲੱਭ ਸਕਦੇ ਹਾਂ।
ਨੈਕਸਟ ਇੱਕ ਹੋਰ ਲੈਣਾ ਐਗਜ਼ਾਮਪਲ ਆਫ ਪਬਲਿਕ ਐਡਮਿਨਿਸਟ੍ਰੇਸ਼ਨ। ਹੁਣ ਤੁਸੀਂ ਪਹਿਲਾਂ ਆਪਾਂ ਇਹਦਾ ਸਬਜੈਕਟ ਦੇਖਣਾ। ਸਬਜੈਕਟ ਕੀ ਹੈ? ਪਬਲਿਕ, ਲੋਕ। ਐਡਮਿਨਿਸਟਰ ਵੀ ਆਪਣੇ ਲੋਕਾਂ ਵਿੱਚ ਆਉਂਦੇ ਆ, ਠੀਕ ਹੈ। ਤਾਂ ਇਹਦਾ ਮਤਲਬ ਲੋਕ ਆਪਣੇ ਸੋਸ਼ਲ ਸਾਇੰਸ ਦੇ ਵਿੱਚ ਨੇ। ਤਾਂ ਇਹਦੀ ਜਿਹੜੀ ਆਪਾਂ ਮੇਨ ਕਲਾਸ ਦੇ ਵਿੱਚ ਜਾਵਾਂਗੇ ਤਾਂ ਸੋਸ਼ਲ ਸਾਇੰਸ 'ਚ ਜਾਵਾਂਗੇ। 300 ਨੰਬਰ ਕੀ ਆ? ਸੋਸ਼ਲ ਸਾਇੰਸ ਦਾ। ਫਿਰ ਸੈਕਿੰਡ ਸਮਰੀ ਦੇ ਵਿੱਚ ਜਾਵਾਂਗੇ। ਸੈਕਿੰਡ ਸਮਰੀ ਦੇ ਵਿੱਚ ਦੇਖੋ ਜਾਓਗੇ ਤੁਸੀਂ, ਪਬਲਿਕ ਐਡਮਿਨਿਸਟ੍ਰੇਸ਼ਨ ਦਾ ਨੰਬਰ 350 ਦਿੱਤਾ ਪਿਆ, ਠੀਕ ਹੈ। ਜਦੋਂ 350 ਨੰਬਰ ਦਿੱਤਾ, ਦੇਖੋ ਸੈਕਿੰਡ ਸਮਰੀ ਦੇ ਵਿੱਚ ਹੀ ਆਪਾਂ ਨੂੰ ਕਲੀਅਰ ਇਹਦਾ ਨੰਬਰ ਮਿਲ ਗਿਆ। ਬਟ ਅੱਗੇ ਅਜੇ ਜੇ ਤੁਸੀਂ ਨਹੀਂ ਵੀ ਸੈਟਿਸਫਾਈ ਹੋਏ ਹੋ ਤਾਂ ਤੁਸੀਂ ਥਰਡ ਸਮਰੀ ਦੇ ਵਿੱਚ ਜਾ ਕੇ ਜਿਹੜਾ ਇਹਦਾ ਨੰਬਰ ਹੈ 300 ਦੇ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਹੈ ਉਹ ਕੱਢ ਸਕਦੇ ਹੋ। 350 ਨੰਬਰ 'ਤੇ ਤੁਹਾਨੂੰ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਨੰਬਰ ਹੈ ਜਿਹੜਾ ਉਹ ਮਿਲ ਜਾਊਗਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੇਖੋ ਥਰਡ ਸਮਰੀ ਦੇ ਵਿੱਚ ਗਏ, ਸੈਕਿੰਡ ਸਮਰੀ ਪਹਿਲਾਂ ਫਸਟ 'ਚ ਗਏ, ਫਿਰ ਸੈਕਿੰਡ 'ਚ ਗਏ, ਫਿਰ ਥਰਡ 'ਚ 350 ਨੰਬਰ ਹੈ ਜਿਹੜਾ ਪਬਲਿਕ ਐਡਮਿਨਿਸਟ੍ਰੇਸ਼ਨ ਦਾ। ਐਜ਼ ਇਟ ਜਿੱਦਾਂ ਪਿਆ ਸੀ ਉੱਦਾਂ ਆਪਾਂ ਲਾ ਦਿੱਤਾ। ਇਹ ਸੀ ਰਾਜੇ ਦੇਖੋ ਆਪਣੀ DDC ਕਲਾਸ ਦੇ ਵਿੱਚ। DDC ਕਲਾਸੀਫਿਕੇਸ਼ਨ ਸਕੀਮ ਹੈ ਜਿਹੜੀ, ਇਹਦੇ ਵਿੱਚ ਆਪਾਂ ਕਿੱਦਾਂ ਜਿਹੜੇ ਕਲਾਸ ਨੰਬਰ ਬਣਾਉਣੇ ਆ। ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ DDC ਦਾ ਫੁੱਲ ਨੇਮ ਕੀ ਹੈ, ਕਿਹਨੇ ਇਹਨੂੰ ਬਣਾਇਆ, ਇਹਦੇ ਕਿੰਨੇ ਐਡੀਸ਼ਨ ਆਇਆ ਅਤੇ ਕਿਹੜੇ ਕਿਹੜੇ ਈਅਰ ਦੇ ਵਿੱਚ ਆਇਆ। ਫਿਰ ਦੱਸਿਆ ਕਿ ਇਹ ਐਨੂਮੈਰੇਟਿਵ ਸਕੀਮ ਹੈ, ਚਰਨੋਲੋਜੀਕਲ ਹੈ, ਇਹਦੇ ਵਿੱਚ ਮੇਨ ਕਲਾਸਿਸ ਕਿੱਦਾਂ ਦਿੱਤੀਆਂ ਹੋਈਆਂ, ਠੀਕ ਹੈ। ਇਹ ਬੁੱਕ ਤੋਂ ਤੁਸੀਂ ਜਿਹੜਾ ਜਦੋਂ ਵੀ ਟਾਈਟਲ ਆਉਂਦੇ ਆ ਤਾਂ ਤੁਸੀਂ ਬੁੱਕ 'ਚ ਪਹਿਲਾਂ ਫਸਟ ਸਮਰੀ 'ਚ ਜਾਓਗੇ, ਮੇਨ ਕਲਾਸ 'ਚ ਜਾਓਗੇ, ਫਿਰ ਸੈਕਿੰਡ, ਫਿਰ ਥਰਡ। ਅਗਰ ਥਰਡ ਤੱਕ ਵੀ ਤੁਹਾਨੂੰ ਕਲੀਅਰ ਨਹੀਂ ਹੁੰਦਾ ਫਿਰ ਤੁਸੀਂ ਸ਼ਡਿਊਲ ਦੀ ਵਰਤੋਂ ਕਰੋਗੇ। ਥਰਡ ਸਮਰੀ ਹੈ ਜਿਹੜੀ ਤੁਹਾਨੂੰ ਸ਼ਡਿਊਲ 'ਚ ਦੱਸੂਗੀ ਇਸ ਨੰਬਰ ਪੇਜ 'ਤੇ ਜਿਹੜਾ ਇਹਦਾ ਆਨਸਰ ਪਿਆ ਹੈ। ਤਾਂ ਤੁਸੀਂ ਉਸ ਨੰਬਰ ਪੇਜ 'ਤੇ ਜਾ ਕੇ ਉਹਨੂੰ ਲੱਭੋਗੇ ਅਤੇ ਸ਼ਡਿਊਲ ਦੇ ਵਿੱਚ ਜਿਵੇਂ ਨੰਬਰ ਲਿਖਿਆ ਉਹ ਐਜ਼ ਇਟ ਹੀ ਤੁਸੀਂ ਨੰਬਰ ਲਿਖ ਦੇਵੋਗੇ, ਠੀਕ ਹੈ ਸਟੂਡੈਂਟਸ। ਓਕੇ ਜੀ, ਥੈਂਕ ਯੂ। ਇਹ ਸੀ ਤੁਹਾਡੀ DDC ਦੀ ਕਲਾਸ।